ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਦੇ ਵਿੱਚ, ਗੌੜੀ 52 ਆਖਰੀ ਬਾਣੀ ਮਹੱਲੇ 5ਵੇਂ ਦੀ। ਕੱਲ ਵਿਚਾਰਦੇ ਸੀ ਕਿ ਜਿੱਥੇ ਸਾਧੂ ਜਨ ਉਸ ਪ੍ਰਭੂ ਦੇ ਗੋਬਿੰਦ ਦੇ ਗੁਣ ਗਾਉਂਦੇ ਨੇ, ਉਸ ਦਾ ਕੀਰਤਨ ਕਰਦੇ ਨੇ, ਤੇ ਜਿਹੜੇ ਉਸ ਨੂੰ ਸੁਣਦੇ ਨੇ ਰੋਜ਼, ਤੇ ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ, ਤੇ ਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਸ਼ਲੋਕ ਦੇ ਵਿੱਚ ਸੀ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਇਓ ਦੂਤ। ਤੇ ਪੌੜੀ ਦੇ ਵਿੱਚ ਵਿਚਾਰਿਆ ਸੀ, ਨਾਣਾ ਰਣ ਤੇ ਸੀ ਜੀਐ, ਆਤਮ ਜੀਤੈ ਕੋਇ। ਰਣ ਦੀ ਸੋਝੀ ਆਉਂਦੀ ਹੈ, ਪਤਾ ਚੱਲਦਾ ਹੈ ਕਿਵੇਂ ਆਪਣਾ, ਕਿਸ ਮੈਦਾਨ ਦੇ ਵਿੱਚ ਸਾਡਾ ਯੁੱਧ ਹੁੰਦਾ ਹੈ। ਇੱਥੇ ਵਿਚਾਰ ਆਉਂਦੇ ਨੇ, 5 ਦਿਨ ਦੇ ਨੇ, ਕਿਉਂਕਿ ਇਸ ਪਾਸੇ ਵਸਦੇ ਨੇ ਤੇ ਅਸੀਂ ਇਸ ਪਾਸੇ ਹੁੰਦੇ ਹਾਂ। ਤੇ ਇੱਥੇ ਫਿਰ ਸਾਨੂੰ ਸੋਝੀ ਆਉਂਦੀ ਹੈ। ਜਿਨ੍ਹਾਂ ਨੇ ਆਤਮ ਜਿੱਤ ਲਿਆ ਹੈ, ਜਾਣ ਲਿਆ ਹੈ, ਮਨ ਨੂੰ ਜਿੱਤ ਕੇ ਆਤਮ ਦੇ ਵਿੱਚ ਸਮਾਏ ਨੇ, ਤੇ ਉਹ ਫਿਰ ਸਾਨੂੰ ਇਹ ਗਿਆਨ ਦਿੰਦੇ ਨੇ, ਹਉਮੈ ਅਨਸੋ ਲੜ ਮਰੈ, ਸੋ ਸੋ ਬਾਦੂ ਹੋਏ। ਹਉਮੈ ਹੈ, ਹਉਮੈ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਪੰਜਾਂ ਦੇ ਨਾਲ ਲੜਦੇ ਹਾਂ, ਕਿਉਂਕਿ ਹਉਮੈ ਦੇ ਨਾਲ ਲੜਾਈ ਹੈ, ਹਉਮੈ ਨੂੰ ਮਾਰਨਾ ਹੈ। ਕੁਛ ਲੋਕ ਹਉਮੈ ਦੇ ਵਿੱਚ ਸੰਸਾਰਿਕ ਲੜਾਈਆਂ ਲੜਦੇ ਨੇ, ਲੇਕਿਨ ਇੱਥੇ ਆਪਾਂ ਮਨ ਨੇ ਲੜਨਾ ਹੈ ਪੰਜਾਂ ਦੇ ਨਾਲ। ਮਨੀ ਮਟਾਏ ਜੀਵਤ ਮਰੈ, ਗੁਰ ਪੂਰੈ ਉਪਦੇਸ਼। ਪੂਰੇ ਗੁਰ ਦੇ ਉਪਦੇਸ਼ ਦੁਆਰਾ ਮਨ ਦਾ ਆਪਾ ਖਤਮ ਹੁੰਦਾ ਹੈ, ਜੀਵਤ ਮਰਦਾ ਹੈ। ਮਨੁਆ ਜੀਤੈ ਹਰਿ ਮਿਲੈ, ਤਿਹ ਸੂਰਤਨ ਬੇਸ। ਮਨ ਜਿੱਤਦਾ ਹੈ, ਫਿਰ ਹਰੀ ਦਾ ਮਿਲਾਪ ਹੁੰਦਾ ਹੈ। ਉਸੇ ਨੂੰ ਗੁਰਬਾਣੀ ਸੂਰਮਾ ਕਹਿੰਦੀ ਹੈ, ਕਿਉਂਕਿ ਜਦੋਂ ਹਰੀ ਦਾ ਰੰਗ ਲੱਗਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਬਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਹਿ ਸਮਾਵਨ ਨਾਮ ਤੇ ਆਵਨ। ਤੇ ਫਿਰ ਉਸ ਦੇ ਕੀਰਤਨ ਗਾਉਂਦੇ ਨੇ। ਤੇ ਇਸ ਤਰੀਕੇ ਨਾਲ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਫਿਰ ਮਨ ਜਿੱਤਦਾ ਹੈ। ਇਹ ਸੂਰਮਿਆਂ ਦਾ ਵੇਸ ਹੈ। ਨਾ ਕੋ ਜਾਣੇ ਆਪ ਨੂੰ, ਏਕਾ ਟੇਕ ਆਧਾਰ। ਆਪਣਾ ਨਹੀਂ ਕੁਝ ਜਾਣਦਾ, ਇੱਕ ਪਰਮੇਸ਼ਰ ਦਾ ਆਸਰਾ ਰੱਖਦਾ ਹੈ, ਉਸ ਦੀ ਟੇਕ ਰੱਖਦੇ ਨੇ, ਕਿਉਂਕਿ ਸਾਰਾ ਕੁਛ ਉਸਦਾ ਹੈ। ਰਹਿਣ ਦਿਨ ਸਿਮਰਤ ਰਹੇ, ਸੋ ਪ੍ਰਭ ਪੁਰਖ ਅਪਾਰ। ਦਿਨ ਰਹਿਣ ਰਾਤ ਉਸ ਪੁਰਖ ਨੂੰ, ਜੋ ਅਪਾਰ ਹੈ, ਪ੍ਰਭੂ ਹੈ, ਉਸ ਨੂੰ ਦਿਨ ਰਾਤ ਸਿਮਰਦਾ ਰਹੇ। ਰੇਨ ਸਗਲਿਆ ਮਨ ਕਰੇ, ਏਉ ਕਰਮ ਕਮਾਏ, ਹੁਕਮੈ ਬੂਝੈ ਸਦਾ ਸੁਖ, ਨਾਨਕ ਲਿਖਿਆ ਪਾਏ। ਏਦਾਂ ਆਪਣੇ ਮਨ ਨੂੰ ਰੇਨ ਬਣਾ ਕੇ ਰੱਖੇ, ਦੂਜੇ ਮਨ ਨੂੰ ਨੀਵਾਂ ਰੱਖੇ ਸਾਰਿਆਂ ਦੀ। ਇਹ ਕਰਮ ਕਰਦਾ ਹੈ, ਫਿਰ ਹੁਕਮ ਨੂੰ ਬੁਝਦਾ ਹੈ। ਹੁਕਮੈ ਬੂਝੈ ਸਦਾ ਸੁਖ, ਨਾਨਕ ਲਿਖਿਆ ਪਾਏ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ। ਆਓ ਅੱਗੇ ਸ਼ੁਰੂ ਕਰਦੇ ਹਾਂ। ਇਹ ਨਾਣੇ ਅੱਖਰ ਤੱਕ ਆਪਾਂ ਵਿਚਾਰ ਕੀਤੀ ਸੀ। ਅੱਗੇ ਹੈ ਤੱਤਾ।
ਆਓ ਸ਼ਲੋਕ ਦੇ ਵਿੱਚ ਪਹਿਲਾਂ ਸਮਝਦੇ ਹਾਂ। ਤਨ ਮਨ ਧਨ ਅਰ ਭੂ ਤਿਸ ਹੈ, ਪ੍ਰਭੂ ਮਿਲਾਵੈ ਮੋਹਿ। ਵੀ ਕੋਈ ਐਸਾ ਹੋਵੇ ਜਿਹੜਾ ਮੈਨੂੰ ਪ੍ਰਭੂ ਦੇ ਨਾਲ ਮਿਲਾ ਦੇਵੇ, ਉਸ ਨੂੰ ਮੈਂ ਤਨ ਵੀ ਸੌਂਪ ਦੂੰ, ਮਨ ਵੀ, ਧਨ ਵੀ। ਨਾਨਕ ਭਰਮ ਭਉ ਕੱਟੀਐ, ਪਰ ਸਾਡਾ ਭਰਮ ਤੇ ਡਰ ਖਤਮ ਕਰ ਦੇਵੇ, ਕੱਢ ਦੇਵੇ। ਚੁੱਕੈ ਜਮ ਕੀਚੋ, ਤੇ ਅਸੀਂ ਜਮਾਂ ਦਾ ਜਿਹੜਾ ਇਲਾਕਾ ਹੈ, ਜੇ ਜਮਾਂ ਦੇ ਵਸ ਪਏ ਹਾਂ, ਉੱਥੋਂ ਸਾਡਾ ਛੁਟਕਾਰਾ ਹੋ ਜਾਵੇ, ਪ੍ਰਭੂ ਨਾਲ ਮਿਲਾਪ ਹੋ ਜਾਵੇ। ਉਹਨਾਂ ਨੂੰ ਅਸੀਂ ਤਨ ਮਨ ਧਨ ਅਰਪਦੇ ਹਾਂ। ਹੁਣ ਕੌਣ ਹੈ ਜਿਹੜਾ ਸਾਨੂੰ ਪ੍ਰਭੂ ਨੂੰ ਮਿਲਾ ਦਿੰਦਾ ਹੈ? ਕਿ ਕੋਈ ਇਨਸਾਨ ਮਿਲਾ ਸਕਦਾ ਹੈ? ਨਹੀਂ। ਗੁਰ ਗੁਰ ਦਿੱਤਾ ਜਾ ਸਕਦਾ। ਗੁਰ ਤੇ ਵਿਸ਼ਵਾਸ ਕਮਾਉਣ ਦੇ ਨਾਲ ਗੁਰ ਸਾਨੂੰ ਪ੍ਰਭੂ ਨੂੰ ਮਿਲਾ ਦਿੰਦਾ ਹੈ। ਤੇ ਅਸੀਂ ਕਿਸ ਨੂੰ ਸੌਂਪਦੇ ਹਾਂ? ਤਨ ਮਨ ਧਨ ਗੁਰ ਨੂੰ। ਤਨ ਮਨ ਧਨ ਸਭ ਸੌਂਪ ਗੁਰ ਕੋ। ਗੁਰ ਲੈ ਕੇ ਜਦੋਂ ਅਸੀਂ ਸਾਰਾ ਕੁਝ ਛੱਡ ਕੇ ਗੁਰ ਨੂੰ ਕਮਾਉਂਦੇ ਹਾਂ, ਗੁਰ ਵਾਸਤੇ ਹੀ ਸਾਰਾ ਕੁਝ ਕਰਦੇ ਹਾਂ, ਫਿਰ ਉਹ ਪ੍ਰਭੂ ਨੂੰ ਮਿਲਾ ਦਿੰਦਾ ਹੈ। ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਭਰਮ ਖਤਮ ਹੋ ਜਾਂਦਾ ਹੈ। ਆਓ ਇਸੇ ਨੂੰ ਆਪਾਂ ਹੁਣ ਸਮਝਦੇ ਹਾਂ ਅੱਗੇ। ਪੌੜੀ ਦੇ ਵਿੱਚ ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ। ਪ੍ਰੀਤ ਕਿਸ ਦੇ ਨਾਲ ਕਰਨੀ ਹੈ? ਜਿਹੜਾ ਗੁਣ ਹੈ, ਗੋਬਿੰਦ ਰਾਏ, ਜੋ ਗਿਆਨ ਦਿੰਦੇ ਨੇ। ਸਾਧੂ ਜਨ ਸਾਨੂੰ ਗੁਰ ਦਿੰਦੇ ਨੇ, ਗਿਆਨ ਦਿੰਦੇ ਨੇ, ਜਿਸ ਨੂੰ ਗੁਣ ਵੀ ਕਹਿ ਦਿੱਤਾ ਹੈ। ਉਸ ਦੇ ਨਾਲ ਅਸੀਂ ਪ੍ਰੇਮ ਕਰਨਾ ਹੈ। ਤੱਤਾ, ਜਿਵੇਂ ਤੱਤਾ ਅੱਖਰ ਹੈ, ਬਾਰ ਬਾਰ ਮਨ ਨੂੰ ਨਿਭਾਉਣਾ ਹੈ। ਇਹ ਗੁਣ ਹੈ ਸਾਡੇ ਮਨ ਨੂੰ ਨੀਵਾਂ ਰੱਖਣ ਦਾ। ਉਹਨੂੰ ਬਾਰ ਬਾਰ ਆਪਾਂ ਕਰਨਾ ਹੈ। ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ। ਫਲ ਪਾਵੈ ਮਨ ਬਾਸਤੇ, ਤਪਤ ਤੁਹਾਰੀ ਚਾਏ। ਮਨ ਜਿਸ ਫਲ ਵਾਸਤੇ ਆਇਆ ਹੈ ਸੰਸਾਰ ਦੇ ਵਿੱਚ, ਉਹ ਫਲ ਫਿਰ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਮਨ ਦੀ ਤਪਤ ਹੈ ਜਿਹੜੀ ਤ੍ਰੈ ਗੁਣਾਂ ਦੇ ਵਿੱਚ ਮਨ ਦੁਖੀ ਹੈ, ਤਪਦਾ ਹੈ ਮਾਇਆ ਦੀ ਅਗਨ ਦੇ ਵਿੱਚ, ਇਹ ਖਤਮ ਹੋ ਜਾਂਦੀ ਹੈ। ਤਰਾਸ ਮਿਟੈ ਜਮ ਪੰਥ ਕੀ, ਜਿਹਦੇ ਨਾਲ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਉਹ ਰਸਤਾ ਹੀ ਸਾਡਾ ਖਤਮ ਹੋ ਜਾਂਦਾ ਹੈ। ਜਿਹੜਾ ਜਮ ਮਾਰਗ ਆਪਾਂ ਛੱਡ ਹੀ ਦਿੰਦੇ, ਕਿਉਂਕਿ ਅਸੀਂ ਗੋਬਿੰਦ ਮਾਰਗ ਤੇ ਚੱਲਦੇ ਹਾਂ। ਇਸ ਕਰਕੇ ਅਸੀਂ ਗੋਬਿੰਦ ਦੇ ਗੁਣ ਨੂੰ ਮਨ ਵਿੱਚ ਵਸਾਉਂਦੇ ਹਾਂ। ਜਾਸ ਵਸੈ ਮਨੋ, ਜਿਨ੍ਹਾਂ ਦੇ ਮਨ ਦੇ ਵਿੱਚ ਫਿਰ ਨਾਮ ਬਸ ਜਾਂਦਾ ਹੈ, ਉਹਨਾਂ ਦਾ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਗਤ ਪਾਵੈ ਮਤ ਹੋਏ ਪ੍ਰਗਾਸ, ਮੈਲੀ ਪਾਵੈ ਠਾਉ। ਗਤ ਪ੍ਰਾਪਤ ਹੋ ਜਾਂਦੀ ਸਾਨੂੰ, ਮਤ ਪ੍ਰਕਾਸ਼ ਹੋ ਜਾਂਦਾ ਹੈ, ਤੇ ਸਾਨੂੰ ਮਹਿਲ ਦੇ ਵਿੱਚ ਆਪਣਾ ਨਿਜ ਮਹਿਲ, ਉਸ ਦੇ ਵਿੱਚ ਥਾਂ ਮਿਲਦਾ ਹੈ ਜਦੋਂ ਅਸੀਂ ਪ੍ਰੀਤ ਕਰਦੇ ਹਾਂ ਗੁਣ ਗੋਬਿੰਦ, ਜਿਹੜਾ ਗੁਣ ਨਿਧ ਗੋਬਿੰਦ ਰਾਏ ਦੇ ਨਾਲ। ਤਾਹੂ ਸੰਗ ਨਾ ਧਨ ਚੱਲੈ, ਜਿੱਥੇ ਨਾ ਤਾਂ ਸੰਸਾਰੀ ਧਨ ਨੇ ਚੱਲਣਾ ਹੈ, ਗ੍ਰਹਿ ਜੋਬਨ ਨਹਿ ਰਾਜ, ਨਾ ਸਾਡਾ ਘਰ ਜਾਣਾ ਹੈ, ਨਾ ਸਾਡੀ ਜ਼ੁਬਾਨੀ ਜਾਣੀ ਹੈ, ਨਾ ਇੱਥੇ ਦਾ ਰਾਜ ਭਾਗ, ਕੁਛ ਵੀ ਉੱਥੇ ਨਹੀਂ ਜਾਣਾ। ਸੰਤ ਸੰਗ ਸਿਮਰਤ ਰਹੋ, ਇਹ ਹੈ ਤੁਹਾਰੋ ਕਾਜ। ਉੱਥੇ ਹੈ ਜਿਹੜਾ ਸੰਤਾਂ ਦਾ ਸੰਗ ਕਰਕੇ ਪ੍ਰਭੂ ਨੂੰ ਸਿਮਰਨਾ, ਇਹ ਸਾਡਾ ਕਾਰਜ ਹੈ। ਬਾਰ ਬਾਰ ਉਹ ਅਭਿਆਸ ਜੋ ਅਸੀਂ ਰੋਜ਼ ਕਰਦੇ ਹਾਂ, ਇਹ ਕਰਨਾ ਹੀ ਸਾਡਾ, ਇਸੇ ਨੇ ਉੱਥੇ ਜਾਣਾ ਹੈ। ਧਨ ਦੌਲਤ ਕੁਛ ਵੀ ਨਾਲ ਨਹੀਂ ਜਾਂਦਾ। ਸੰਤ ਸੰਗ ਸਿਮਰਤ ਰਹੋ, ਇਹ ਹੈ ਤੁਹਾਰੋ ਕਾਜ, ਇਹ ਸਾਡਾ ਕਾਰਜ ਹੈ। ਤਾਤਾ ਕਛੂ ਨਾ ਹੋਈ ਹੈ, ਜੋ ਤਾਪ ਨਿਵਾਰੈ ਆਪ। ਜਦੋਂ ਫਿਰ ਤਿੰਨ ਤਾਪ ਜਿਹੜੇ ਨੇ, ਤ੍ਰੈ ਗੁਣਾਂ ਦਾ ਤਾਪ ਸਾਡਾ ਨਿਵਾਰ ਦਿੰਦਾ ਹੈ ਮਾਲਕ, ਫਿਰ ਸਾਨੂੰ ਕੋਈ ਵੀ ਡਰ ਨਹੀਂ ਹੈ, ਭੈ ਨਹੀਂ ਹੈ, ਦੁੱਖ ਕਲੇਸ਼ ਨਹੀਂ ਹੈ। ਫਿਰ ਮਨ ਸ਼ਾਂਤ ਹੋ ਜਾਂਦਾ ਹੈ। ਸਿਮਰਨ ਦੇ ਨਾਲ
ਮਨ ਦਾ ਤਨ ਦਾ ਕਲੇਸ਼ ਖਤਮ ਹੋ ਜਾਂਦਾ ਹੈ। ਪ੍ਰਤਪਾਲੈ ਨਾਨਕ ਹਮੈ ਆਪੇ ਮਾਈ ਬਾਪ, ਫਿਰ ਪ੍ਰਗਟ ਹੋ ਜਾਂਦਾ ਹੈ। ਫਿਰ ਆਪ ਪ੍ਰਭੂ ਸਾਡਾ ਮਾਂ ਬਾਪ ਹੈ, ਉਹ ਹੀ ਸਾਨੂੰ ਪਾਲਣਹਾਰ ਹੈ। ਫਿਰ ਉਸ ਨੂੰ ਅਸੀਂ ਜਾਣ ਲੈਂਦੇ ਹਾਂ। ਇਸ ਕਰਕੇ ਫਿਰ ਡਰ ਭੈ ਖਤਮ ਹੋ ਜਾਂਦਾ ਹੈ। ਤੇ ਉਹੀ ਸਾਨੂੰ ਹੁੰਦਾ ਕਿਵੇਂ ਹੈ? ਜਦੋਂ ਅਸੀਂ ਗੋਬਿੰਦ ਜਿਹੜਾ ਹੈ ਗੁਰਨਿਧ ਗੋਬਿੰਦ ਰਾਏ ਦੇ ਨਾਲ ਪ੍ਰੀਤ ਕਰਦੇ ਹਾਂ। ਜਿਹੜਾ ਦਿੱਤਾ ਹੈ ਗਿਆਨ ਹੈ, ਗੁਰ ਹੈ, ਵਾਰ ਵਾਰ ਅਸੀਂ ਅਭਿਆਸ ਕਰਦੇ ਹਾਂ, ਉਹੀ ਸਾਨੂੰ ਪ੍ਰਭੂ ਨੂੰ ਮਿਲਾ ਸਕਦਾ ਹੈ। ਇਸ ਕਰਕੇ ਅਸੀਂ ਕਿਸੇ ਨੂੰ ਸੌਂਪਦੇ ਹਾਂ? ਤਨ ਮਨ ਧਨ ਗੁਰ ਨੂੰ, ਨਾ ਕਿ ਕਿਸੇ ਇਨਸਾਨ ਨੂੰ। ਆਓ ਅਗਲਾ ਸ਼ਲੋਕ ਹੈ ਥੱਥੇ ਤੋਂ। ਥੱਥਾ ਅੱਖਰ ਹੈ। ਥਾਕੇ ਬਹੁ ਬਿਦ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਮਹਾਰਾਜ ਸਮਝਾਉਂਦੇ ਨੇ, ਥੱਕ ਜਾਂਦਾ ਹੈ ਜੀਵ ਸੰਸਾਰ ਦੇ ਵਿੱਚ ਕਾਲ ਨਾ ਕਾਲਦਾ ਹੋਇਆ, ਪਰ ਮਨ ਤ੍ਰਿਪਤ ਨਹੀਂ ਹੁੰਦਾ, ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨਾ ਸਾਥ। ਜਿਹੜੇ ਸਾਕਤ ਨੇ ਇਹ ਸੰਚ ਦੇ ਕਮਾਉਂਦੇ ਕਮਾਉਂਦੇ ਮਰ ਜਾਂਦੇ ਨੇ, ਪਰ ਤ੍ਰਿਪਤ ਨਹੀਂ ਹੁੰਦੇ ਸੰਸਾਰਿਕ ਧਨ ਦੌਲਤ ਦੇ ਨਾਲ। ਪਰ ਅੰਤ ਸਮੇਂ ਇਹ ਸਾਥ ਨਹੀਂ ਜਾਂਦੀ ਜੋ ਮਾਇਆ ਹੈ, ਕਿਉਂਕਿ ਇਸ ਨਾਲ ਜਾਣਾ ਸੀ ਨਾਮ ਨੇ। ਉਹ ਜੀਵਾਂ ਨੇ ਕਮਾਇਆ ਨਹੀਂ, ਧਨ ਦੌਲਤ ਕਮਾਉਂਦੇ ਰਹੇ, ਤੇ ਇਹ ਫਿਰ ਨਾਲ ਨਹੀਂ ਜਾਂਦੀ। ਆਓ ਪੌੜੀ ਦੇ ਵਿੱਚ ਇਸ ਨੂੰ ਹੋਰ ਸਮਝਦੇ ਹਾਂ। ਥੱਥਾ ਥਿਰ ਕੋ ਨਹੀਂ ਕਾਹੇ ਪਸਾਰੋ ਪਾਪ। ਵੀ ਥਿਰ ਹੀ ਨਹੀਂ ਕੋਈ ਇੱਥੇ, ਕਿਸੇ ਨੇ ਰਹਿਣਾ ਹੀ ਨਹੀਂ ਸਦਾ। ਕਿਸੇ ਨੂੰ ਪਤਾ ਹੀ ਨਹੀਂ ਕਦੋਂ ਸੰਸਾਰ ਚੋਂ ਚਲੇ ਜਾਣਾ ਹੈ, ਕਦੋਂ ਇਸ ਪੰਜ ਭੂਤਕ ਜਿਹੜਾ ਸਰੀਰ ਹੈ ਇਸ ਨੇ ਨਾਸ ਹੋ ਜਾਣਾ ਹੈ। ਜਿਸ ਸਰੀਰ ਦਾ ਅਸੀਂ ਬੜਾ ਮਾਣ ਕਰਦੇ ਹਾਂ, ਜਿਸ ਸਰੀਰ ਕਰਕੇ ਅਸੀਂ ਸਾਰਾ ਕੁਝ ਕਰਦੇ ਹਾਂ, ਇਹ ਸਰੀਰ ਨੇ ਕਦੋਂ ਨਾਸ ਹੋ ਜਾਣਾ? ਇੱਕ ਛਿਣ ਦੇ ਵਿੱਚ ਇਹ ਨਾਸ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਜਦ ਥਿਰ ਹੀ ਨਹੀਂ ਕੋਈ, ਫਿਰ ਕਿਉਂ ਇੰਨੇ ਪੈਰ ਪਸਾਰਦੇ ਹੋ ਤੁਸੀਂ? ਅਨਿਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਮਾਇਆ ਦੇ ਵਾਸਤੇ, ਇੱਕ ਮਾਇਆ ਪ੍ਰਾਪਤ ਕਰਨ ਦੇ ਵਾਸਤੇ ਕਿੰਨੇ ਤਰ੍ਹਾਂ ਦੇ ਬਲ ਛਲ ਕਰਦੇ ਹਾਂ, ਕਿੰਨੇ ਤਰ੍ਹਾਂ ਦੇ ਪਰਪੰਚ ਕਰਦੇ ਹਾਂ ਕਮਾਉਣ ਦੇ ਲਈ। ਕੋਈ ਕਿਸੇ ਤਰੀਕੇ ਨਾਲ ਕੋਈ ਠੱਗੀਆਂ ਮਾਰਦਾ ਹੈ, ਕੋਈ ਕੁਛ ਕਰਦਾ ਹੈ। ਮਿਹਨਤ ਤਾਂ ਅਸੀਂ ਕਰਨੀ ਹੈ, ਪਰ ਨਾਲ ਨਾਲ ਅਸੀਂ ਤਿਆਉਣਾ ਵੀ ਹੁੰਦਾ ਹੈ। ਜਿਹੜੇ ਜੀਵ ਤਿਆਉਂਦੇ ਨਹੀਂ, ਸਿਰਫ ਮਾਇਆ ਕਰਦੇ ਫਿਰਦੇ ਨੇ ਤੇ ਆਪਣਾ ਗਿਆਨ ਨਹੀਂ ਲੈਂਦੇ, ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਉਹ ਫਿਰ ਉਹਨਾਂ ਦੇ ਮਾਇਆ ਨਾਲ ਨਹੀਂ ਜਾਂਦੀ। ਪਰ ਜਿਹੜੇ ਜੀਵ ਪ੍ਰਭੂ ਦੇ ਨਾਮ ਨੂੰ ਤਿਆਉਂਦੇ ਨੇ, ਕਿਉਂਕਿ ਉਹਨਾਂ ਕੋਲ ਨਾਮ ਵੀ ਹੈ, ਇਸ ਕਰਕੇ ਉਹ ਕਮਾਉਂਦੇ ਵੀ ਨੇ। ਦੋਨੋਂ ਧਨ ਉਹਨਾਂ ਦੇ ਕੋਲ ਹੁੰਦੇ ਨੇ, ਪਰ ਉਹਨਾਂ ਨੂੰ ਪਤਾ ਹੈ ਕਿ ਸੰਸਾਰਿਕ ਧਨ ਇੱਥੇ ਰਹਿ ਜਾਣਾ ਹੈ। ਜਿਹੜਾ ਸਾਡੇ ਨਾਲ ਜਾਣਾ ਹੈ ਸੱਚਾ ਧਨ, ਉਸ ਨੂੰ ਵੀ ਉਹ ਕਮਾਉਂਦੇ ਨੇ। ਤੇ ਦੂਜੇ ਸਿਰਫ ਸੰਸਾਰਿਕ ਧਨ ਹੀ ਇਕੱਠਾ ਕਰਦੇ ਨੇ, ਏਦਾਂ ਹੀ ਮਰ ਜਾਂਦੇ ਨੇ ਸਾਕਤ ਜਿਹੜੇ ਨੇ। ਅਨੇਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਥੈਲੀ ਸੰਚੋ ਸ਼ਰਮ ਕਰੋ, ਥਾਕ ਪਰੋ ਗਵਾਰ। ਮਾਇਆ ਇਕੱਠੀ ਕਰਦੇ ਨੇ, ਜੋੜਦੇ ਨੇ। ਜਿਵੇਂ ਥੈਲੇ ਆਪਾਂ ਭਰਦੇ ਸੰਸਾਰਿਕ ਵਸਤਾਂ ਦੇ, ਏਦਾਂ ਹੀ ਮਾਇਆ ਦੀ ਥੈਲੀ ਭਰ ਲੈਂਦੇ ਨੇ, ਇਕੱਠੀ ਕਰਦੇ ਨੇ। ਥੈਲੀ ਲਾ ਲਈ ਕਿ ਹੋਰ ਮਾਇਆ ਆ ਜਾਵੇ, ਹੋਰ ਆ ਜਾਵੇ। ਥੱਕ ਜਾਂਦਾ ਹੈ ਜੀਵ। ਮੂਰਖ ਕਹਿੰਦੇ ਥੱਕ ਜਾਂਦਾ ਮਾਇਆ ਇਕੱਠੀ ਕਰਦਾ ਕਰਦਾ। ਮਨ ਕੈ ਕਾਮ ਨ ਆਵਈ, ਅੰਤ ਅਵਸਰ ਬਾਰ। ਪਰ ਅੰਤ ਸਮੇਂ ਮਨ ਦੇ ਕੰਮ ਨਹੀਂ ਆਉਂਦੀ, ਇਹ ਅਖੀਰ ਤੇ ਇੱਥੇ ਰਹਿ ਜਾਂਦੀ ਹੈ। ਥਿਤ ਭਾਵ ਹੋ ਗੋਬਿੰਦ ਭਜੋ, ਸੰਤੈ ਕੀ ਸਿੱਖ ਲਿਹੋ। ਜੇ ਥਿਤ ਪਾਉਣੀ ਹੈ, ਜੇ ਥਿਰ ਹੋਣਾ ਹੈ, ਆਪੇ ਦਾ ਗਿਆਨ ਲੈਣਾ ਹੈ, ਪ੍ਰਭੂ ਨੂੰ ਮਿਲਣਾ ਹੈ,
फिर संतां दी सिख सुनो। संतत केड़ी सिख देंदे ने? गुर ज्ञान। प्रीत करो सद एक स्यो, या साचा स्नेहो। ते प्रीत एक गुर दे ज्ञान नाल करनी, गुर नाल करनी पहला। गुर सानू नाम दे नाल मिला देंदा है, फिर नाम नाल प्रीत करते हाँ। नाम सानू आत्म दे नाल मिला देंदा है, आत्मा नाल प्रीत करते हाँ, आत्मा परमात्मा नाल मिला देंदा है। इदां असीं एक गुर दे होना है, गुर नाल प्रीत करांगे ते गुर सानू उस परमेश्वर दे नाल मिला देंदा है। ये सच्चा स्नेह है, ये सच्चा प्यार है। करन करावण कारण करन करावणो, सब विद एक है हाथ। ये कारण जिहड़ा है ये आप मालिक करवाउण वाला है, दूजा नहीं कर सकता। सारा कुछ उसे दे हथ विच है, क्योंकि एक ही है प्रभु। उसे दी शरण विच जाके हुंदा है। जित जित लावो तित तित लगाए, नानक जंत अनाथ। आप प्रभु ये कारण कराउंदा है अपने जनां द्वारा, फिर जिमें जिमें लाउंदा उवें उवें असीं लगना है। असीं कदों लगदा है जी? जदों सानू ये पता चल जांदा है कि साडा जिहड़ा असली माता पिता है परमेश्वर, असीं उस तो विछड़े हाँ, भुले हाँ, उसनूं मिलना है। असीं तां अनाथ हाँ। जिवें कोई बच्चा माता पिता ना होवे अनाथ हो जाता है, इत्थे असीं मन करके जदों तक प्रभु तो विछड़े हाँ अनाथ हाँ। फिर जदों सानू कोई दसदा है कि आओ प्रभु नूं मिलना है, फिर जिमें जिमें वो सानू कहेगा असीं उवें उवें करांगे ते प्रभु दे नाल मिलाप हो जाता है। संत जिमें कहणगे उन्हां दी सिख लैके चलांगे ते प्रभु दे नाल मिलाप हो जाता है। संसारिक धन दौलत नाल नहीं जाता। इस करके इन्हें भी असी कर्म नहीं करना, दसा नौ की किरत भी करनी है, क्योंकि शर्म धर्म दुए नानक जे धन पल्लै पाए। दोनों धन सानू जरूरी है, संसार दे विच भी जरूरी है गुजरान दे वास्ते, ते जिहड़ा सच्चा धन है वो भी जरूरी है। इस करके दोनों धन आपां कमाउणे ने। आओ अगला श्लोक है दद्दे अखर तो। दासै एक निहारिया सब कश देवन हार। जिहड़े उस प्रभु दे दास ने वो एक दे नाल जुड़े ने, वो एक नूं देख के निहाल ने, क्योंकि उन्हां नूं ये ज्ञान हो गया है कि सारा कुछ देवन वाला एक परमेश्वर ही है, दाता एक ही है, दूजा नहीं है। साह साह सिमरत रहे नानक दर्श आधार। ते उस दे दास किवें सिमरदे ने प्रभु नूं? साह सास, जिथों श्वास आउंदा है उत्थे दर्शन करते ने प्रभु दे। आधार की बनाउंदे ने? दर्शनां नूं। उत्थे देखते रहंदे ने। ये सिमरन है जिहड़े हरि दे दास ने, क्योंकि उन्हां उस नूं जान लिया, देख लिया है। उस दे दर्शन करना ही उसकी भगती है, वही उसका सिमरन है। वो हर श्वास दे नाल उसनूं देखते रहंदे ने। आओ पौड़ी च आपां इस नूं होर समझण दी कोशिश करते हाँ। दद्दा दाता एक है सब को देवन हार। हुण जिहड़े देख लैंदे ने वो फिर सानू ये दसदे ने कि दाता इको ही है, सब नूं देण वाला एक ही दाता है। देंदे टोट ना आवे अगंत परे भंडार। ते देंदे भी उसदे कोल टोट नहीं है, क्योंकि उसदे कोल कोई भंडार की कमी नहीं है। अगंत गिने नहीं जा सकते, भंडार भरे पे ने। दैन हार सद जीवन हारा। तो प्रभु जो सानू सारा कुछ देंदा है, दाता है। ये भी नहीं कि वो किसी दिन मर जाएगा तुसीं भुखे मरोगे, वो सदा जीवन वाला अविनाशी है। मन मूर्ख क्यों ताहे विसारा। पर समझाउंदे ने कि हे मूर्ख मन, तू इस प्रभु नूं क्यों विसारिया है?
ਉਹਦੇ ਦਾਸਾਂ ਨੇ ਤਾਂ ਉਸ ਨੂੰ ਨਿਹਾਰ ਲਿਆ, ਉਹ ਤਾਂ ਸਿਮਰਦੇ ਨੇ, ਪਰ ਦੂਜਿਆਂ ਨੂੰ ਦੱਸਦੇ ਨੇ ਕਿ ਹੇ ਮਨ ਮੂਰਖ, ਤੂੰ ਕਿਉਂ ਉਸ ਨੂੰ ਵਿਸਾਰਿਆ ਹੈ। ਦੋਸ਼ ਨਹੀਂ ਕਾਹੂ ਕੋ ਮੀਤਾ। ਹੁਣ ਸਮਝਾਉਂਦੇ ਨੇ ਕਿ ਦੋਸ਼ ਵੀ ਕਿਸੇ ਦਾ ਨਹੀਂ ਹੈ। ਜੇ ਅਸੀਂ ਵਿਛੜੇ ਹਾਂ ਪ੍ਰਭੂ ਤੋਂ, ਸਾਡਾ ਦੋਸ਼ ਨਹੀਂ ਹੈ, ਕਿਉਂਕਿ ਪ੍ਰਭੂ ਨੇ ਵਿਛੋੜਨ ਵਾਸਤੇ ਮਾਇਆ ਪੈਦਾ ਕੀਤੀ ਹੈ, ਮੋਹ ਪੈਦਾ ਕੀਤਾ ਹੈ। ਮਾਇਆ ਮੋਹ ਬੰਧ ਪ੍ਰਭ ਕੀਤਾ। ਇਹ ਪ੍ਰਭੂ ਨੇ ਹੀ ਸਾਨੂੰ ਬੰਧਨ ਪਾਏ ਨੇ, ਮਾਇਆ ਦੇ ਮੋਹ ਦੇ। ਇਸ ਕਰਕੇ ਅਸੀਂ ਪ੍ਰਭੂ ਤੋਂ ਵਿਛੜੇ ਹਾਂ। ਸਾਡੇ ਲਿਵ ਤੋੜੀ ਗਈ ਹੈ, ਸਭ ਦੀ ਟੁੱਟਦੀ ਹੈ, ਪਰ ਆਪਾਂ ਹੁਣ ਜੋੜਨੀ ਹੈ, ਉਸ ਪ੍ਰਭੂ ਦੇ ਨਾਲ ਜੋੜਨੀ ਹੈ। ਕੌਣ ਜੋੜਦਾ ਹੈ? ਜਿਨ੍ਹਾਂ ਨੂੰ ਇੰਨਾ ਕੁ ਪਤਾ ਚੱਲ ਜਾਂਦਾ ਹੈ ਕਿ ਅਸੀਂ ਆਪਣੇ ਅਸਲੀ ਮਾਤਾ ਪਿਤਾ ਤੋਂ ਵਿਛੜੇ ਹਾਂ। ਫਿਰ ਉਹ ਮਿਲਣ ਦੀ ਤੰਗ ਕਰਦੇ ਨੇ। ਜਿਹੜੇ ਸੁੱਤੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਵਿਛੋੜਾ ਹੈ। ਕਿਸ ਨੂੰ ਜੋ ਜਾਗਦੇ ਨੇ ਉਹਨਾਂ ਨੂੰ ਫਿਰ ਪਤਾ ਚੱਲਦਾ ਕਿ ਅਸੀਂ ਤਾਂ ਪ੍ਰਭੂ ਤੇ ਮਿਲਣਾ ਸੀ, ਪ੍ਰਭੂ ਤੋਂ ਵਿਛੜੇ ਹਾਂ, ਟੁੱਟੀ ਗੰਢਣੀ ਹੈ। ਕੌਣ ਗੰਢੇਗਾ? ਆਪ ਪ੍ਰਭੂ, ਜੋ ਸਾਨੂੰ ਸਾਰਿਆਂ ਨੂੰ ਪਾਲਣਹਾਰ ਹੈ। ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ। ਉਸ ਤੋਂ ਬਿਰਥਾ ਹੀ ਨਹੀਂ ਕੋਈ ਹੈ ਜੋ ਸਾਡੀ ਟੁੱਟੀ ਗੰਢਦਾ ਹੈ। ਪਰ ਉਸ ਦੀ ਸ਼ਰਨ 'ਚ ਜਾਵਾਂਗੇ ਫਿਰ ਹੀ ਟੁੱਟੀ ਗੰਢਦਾ ਹੈ। ਉਸ ਨੂੰ ਆਪਾਂ ਦੇਖਦੇ ਰਹਿਣਾ ਹੈ। ਰੇ ਮਨ ਮੇਰੇ ਸਦਾ ਹਰ ਜਾਪ। ਦਰਦ ਨਿਵਾਰੈ ਜਾ ਕੇ ਆਪੇ। ਜਿਨ੍ਹਾਂ ਨੂੰ ਫਿਰ ਕਿਰਪਾ ਕਰਦਾ ਹੈ, ਜਿਹੜੇ ਲੋਚਦੇ ਨੇ ਉਸ ਨੂੰ, ਜਿਨ੍ਹਾਂ ਦੇ ਅੰਦਰ ਇੱਛਾ ਹੈ, ਜਿਨ੍ਹਾਂ ਦੇ ਅੰਦਰ ਤਾਂਘ ਹੈ ਮਿਲਣ ਦੀ, ਉਹਨਾਂ ਦਾ ਫਿਰ ਜਿਹੜਾ ਦਰਦ ਹੈ, ਵਿਛੋੜੇ ਦਾ ਦਰਦ ਜਿਸ ਦੇ ਅੰਦਰ ਹੈ, ਉਹਦਾ ਦਰਦ ਫਿਰ ਨਿਵਾਰ ਦਿੰਦਾ ਹੈ। ਨਾਨਕ ਤੇ ਗੁਰਮੁਖ ਤਰਾਪੇ। ਉਹਨਾਂ ਨੂੰ ਫਿਰ ਗੁਰਮੁਖ ਬਣਾ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਆਪਣੇ ਬਣਾ ਲੈਂਦਾ ਹੈ, ਅਤੇ ਉਹਨਾਂ ਦਾ ਦਰਦ ਜਿਹੜਾ ਹੈ ਉਹ ਨਿਵਾਰ ਦਿੰਦਾ ਹੈ। ਪਰ ਜਿਨ੍ਹਾਂ ਨੂੰ ਦਰਦ ਹੈ ਵਿਛੋੜੇ ਦਾ, ਜਿਨ੍ਹਾਂ ਨੂੰ ਦਰਦ ਹੀ ਨਹੀਂ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਜਿਹੜੇ ਮੋਹ ਮਾਇਆ ਦੇ ਵਿੱਚ ਹੀ ਮਗਨ ਨੇ ਅਤੇ ਪਤਾ ਹੀ ਨਹੀਂ ਕਿ ਅਸੀਂ ਤਾਂ ਪ੍ਰਭੂ ਤੋਂ ਵਿਛੜੇ ਹਾਂ, ਉਹਨਾਂ ਨੂੰ ਉਹ ਮਿਲਾਉਂਦਾ ਵੀ ਨਹੀਂ ਹੈ। ਪਰ ਜਿਨ੍ਹਾਂ ਦੇ ਅੰਦਰ ਦਰਦ ਹੈ ਵਿਛੋੜੇ ਦਾ, ਜਿਹੜੇ ਮਿਲਣਾ ਲੋਚਦੇ ਨੇ, ਜਿਨ੍ਹਾਂ ਦੇ ਅੰਦਰ ਪਿਆਸ ਲੱਗੀ ਹੈ ਦਰਸ਼ਨਾਂ ਦੀ, ਉਹਨਾਂ ਦਾ ਫਿਰ ਦਰਦ ਆਪ ਨਿਵਾਰਦਾ ਹੈ, ਉਹਨਾਂ ਨੂੰ ਆਪ ਦਰਸ਼ਨ ਦਿੰਦਾ ਹੈ। ਪਰ ਕਿਵੇਂ ਦਿੰਦਾ ਹੈ? ਆਪਣੇ ਦਾਸਾਂ ਦੁਆਰਾ ਗਿਆਨ ਦਿੰਦਾ ਹੈ, ਜਿਨ੍ਹਾਂ ਨੇ ਉਸ ਨੂੰ ਦਰਸ਼ਨ ਆਧਾਰ ਬਣਾ ਲਿਆ ਹੈ। ਅਤੇ ਉਹ ਸਾਨੂੰ ਦੱਸਦੇ ਨੇ ਕਿ ਇੱਦਾਂ ਆਪਾਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆਉਣਾ ਹੈ, ਇੱਦਾਂ ਸਾਡੀ ਟੁੱਟੀ ਗੰਢ ਦਿੰਦਾ ਹੈ, ਇੱਦਾਂ ਅਸੀਂ ਦਰਸ਼ਨਾਂ ਨੂੰ ਆਧਾਰ ਬਣਾਉਣਾ ਹੈ। ਆਓ ਅਗਲਾ ਸਲੋਕ ਹੈ ਧੱਦੇ ਅੱਖਰ ਤੋਂ। ਧਰ ਜੀਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਇੱਕ ਹੀ ਪਰਮੇਸ਼ਰ ਦੀ ਟੇਕ ਕਰ ਰੱਖ, ਹੋਰ ਸਾਰੀਆਂ ਆਸਾਂ ਲਾ ਦੇ। ਲਾਹੇ ਬਿਡਾਨੀ ਆਸ, ਹੋਰ ਦੂਜੀਆਂ ਆਸਾਂ ਹੀ ਖਤਮ ਕਰ ਦੇ। ਇੱਕ ਪਰਮੇਸ਼ਰ ਦੀ ਆਸ ਰੱਖ ਮਨ ਦੇ ਵਿੱਚ। ਨਾਨਕ ਨਾਮ ਧਿਆਈਐ ਕਰ ਜਾਵੇ ਰਾਸ। ਤੂੰ ਸਿਰਫ ਪਰਮੇਸ਼ਰ ਦੀ ਆਸ ਰੱਖ ਤੇ ਨਾਮ ਨੂੰ ਧਿਆ। ਨਾਮ ਧਿਆਉਣ ਦੇ ਨਾਲ ਹੀ ਤੇਰਾ ਅਸਲੀ ਕਾਰਜ ਰਾਸ ਹੋਣਾ ਹੈ। ਜਦੋਂ ਮਨ ਦਾ ਕਾਰਜ ਰਾਸ ਆ ਜਾਂਦਾ ਹੈ, ਸੰਸਾਰਿਕ ਕਾਰਜ ਵੀ ਸਾਡੇ ਰਾਸ ਆਉਂਦੇ ਨੇ। ਇਸ ਕਰਕੇ ਪਰ ਅਸੀਂ ਇੱਕ ਪਰਮੇਸ਼ਰ ਦੀ ਹੀ ਟੇਕ ਰੱਖਣੀ ਹੈ, ਹੋਰ ਦੀ ਟੇਕ ਨਹੀਂ ਰੱਖਣੀ। ਆਓ ਪੌੜੀ ਦੇ ਵਿੱਚ ਇਸੇ ਸ਼ਬਦ ਸਲੋਕ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੱਦਾ ਧਾਵਤ ਤਉ ਮਿਟੈ, ਸੰਤ ਸੰਗ ਹੋਏ ਬਸ। ਜਿਹੜਾ ਮਨ ਦਸਾਂ ਦਿਸ਼ਾਵਾਂ ਨੂੰ ਤਾਪਦਾ ਹੈ, ਕਿਸ ਵਾਸਤੇ? ਮਾਇਆ ਵਾਸਤੇ। ਕਦੋਂ ਇਸ ਦਾ ਤਾਪਣਾ ਬੰਦ ਹੁੰਦਾ ਹੈ? ਜਦੋਂ ਸੰਤ ਜਨਾਂ ਦਾ ਸੰਗ ਕਰਦਾ ਹੈ, ਗਿਆਨ ਲੈਂਦਾ ਹੈ।
ਸੰਤਾਂ ਦਾ ਕੌਣ ਮਿਲਾਉਂਦਾ ਹੈ? ਆਪ ਪ੍ਰਭੂ। ਹਰੀ ਦੀ ਕਿਰਪਾ ਦੇ ਨਾਲ ਹੀ ਸਾਨੂੰ ਸੰਤ ਮਿਲਦੇ ਨੇ। ਆਪ ਫਿਰ ਧੁਰੋਂ ਸਾਰਾ ਕੁਛ ਕਰਨ ਵਾਲਾ ਹੈ। ਧੁਰ ਤੇ ਕਿਰਪਾ ਕਰੋ ਆਪ, ਤਾਂ ਹੋਏ ਮਨੈ ਪ੍ਰਕਾਸ਼। ਸੰਤ ਸਾਨੂੰ ਉਸ ਪ੍ਰਭੂ ਦੀ ਸ਼ਰਨ 'ਚ ਲੈ ਕੇ ਜਾਂਦੇ ਨੇ, ਗੁਰ ਦਿੰਦੇ ਨੇ, ਗਿਆਨ ਦਿੰਦੇ ਨੇ, ਅਤੇ ਆਪ ਪ੍ਰਭੂ ਸਾਡੇ ਮਨ ਨੂੰ ਪ੍ਰਕਾਸ਼ ਕਰਦਾ ਹੈ। ਕਿਉਂਕਿ ਕਿਰਪਾ ਕਿਸ ਦੀ ਹੈ? ਉਸ ਪ੍ਰਭੂ ਦੀ। ਕੋਈ ਇਨਸਾਨ ਨਹੀਂ ਕਰ ਸਕਦਾ। ਜੇ ਕੋਈ ਜੀਵ ਜੋ ਸਾਨੂੰ ਗੁਰ ਦਿੰਦਾ, ਉਸ ਦਾ ਕੰਮ ਸਿਰਫ ਕੀ ਹੈ? ਉਸ ਨੇ ਸਾਨੂੰ ਗੁਰ ਹੀ ਦੇਣਾ ਹੈ, ਵਿਧੀ ਦੱਸਣੀ, ਰਸਤਾ ਮਾਰਗ ਦੱਸਣਾ ਹੈ, ਉਹ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕੇ, ਉਸ ਦੀ ਸ਼ਰਨ ਦੇ ਵਿੱਚ। ਆਪ ਵੀ ਸ਼ਰਨ 'ਚ ਰਹਿੰਦੇ ਦੂਜਿਆਂ ਨੂੰ ਲੈ ਕੇ ਜਾਂਦਾ। ਅਤੇ ਕਿਰਪਾ ਕਿਸ ਨੇ ਕਰਨੀ ਹੈ? ਉਸ ਪ੍ਰਭੂ ਨੇ। ਕਿਉਂਕਿ ਇਨਸਾਨ ਨੇ ਕਿਰਪਾ ਨਹੀਂ ਕਰਨੀ। ਬਹੁਤ ਸਾਰੇ ਜੀਵ ਕਹਿ ਦਿੰਦੇ ਨੇ ਕਿ ਤੁਸੀਂ ਕਿਰਪਾ ਕਰੋ, ਕਿਉਂਕਿ ਆਪਣੇ ਕੋਲ ਇੰਨਾ ਹੀ ਕਿ ਆਪਾਂ ਗਿਆਨ ਹੀ ਦਿੰਦੇ ਹਾਂ, ਤਰੀਕਾ ਦੱਸਦੇ ਹਾਂ, ਵਿਧੀ ਦੱਸਦੇ ਹਾਂ, ਗੁਰ ਦੱਸਦੇ ਹਾਂ। ਲੇਕਿਨ ਆਪ ਪ੍ਰਭੂ ਜਿਨ੍ਹਾਂ 'ਤੇ ਫਿਰ ਕਿਰਪਾ ਕਰਦਾ ਤੁਰੋ, ਉਹਨਾਂ ਦਾ ਮਨ ਪ੍ਰਕਾਸ਼ ਹੋ ਜਾਂਦਾ ਹੈ। ਤਨ ਸਾਚਾ ਤੇਊ ਸੱਚ ਸਾਹਾ। ਇਹੀ ਫਿਰ ਸੱਚਾ ਤਨ ਹੈ, ਉਹੀ ਸੱਚਾ ਸਾਹ ਹੈ। ਕੌਣ? ਹਰ ਹਰ ਪੂੰਜੀ ਨਾਮ ਵਿਸਾਹਾ। ਜਿਨ੍ਹਾਂ ਦਾ ਵਿਸਾਹ ਭਰੋਸਾ ਹਰੀ ਦੇ ਤਨ 'ਤੇ ਹੈ, ਹਰ ਨਾਮ ਪੂੰਜੀ 'ਤੇ ਹੈ, ਉਹੀ ਸੱਚੇ ਸਾਹ ਨੇ। ਜਿਹੜੇ ਸੰਸਾਰਿਕ ਧਨ ਦੌਲਤ ਦੇ ਨਾਲ ਨੇ, ਉਹ ਸੱਚੇ ਸ਼ਾਹ ਨਹੀਂ ਹੈ। ਗੁਰਬਾਣੀ ਅਨੁਸਾਰ, ਗੁਰਬਾਣੀ ਅਨੁਸਾਰ ਸੱਚੇ ਸ਼ਾਹ ਉਹ ਨੇ ਜਿਹੜੇ ਉਸ ਪ੍ਰਭੂ ਦੀ ਸੱਚੀ ਪੂੰਜੀ ਨੂੰ, ਸੱਚੇ ਧਨ ਨੂੰ ਹੀ ਆਪਣਾ ਧਨ ਸਮਝਦੇ ਨੇ, ਉਸੇ 'ਤੇ ਭਰੋਸਾ ਰੱਖਦੇ ਨੇ। ਬੜਾ ਸਮਝਾਉਂਦੇ ਨੇ, ਸੋਇਨਾ ਰੂਪਾ ਸੰਚੀਏ ਤਨ ਸਾਚਾ ਗਵਾਰ, ਸੱਚ ਸਾਹ ਸਦਾਏ ਸੱਚ ਤਨ ਦੁਬਦਾ ਹੋਏ ਖਾਰ। ਵੀ ਇਹ ਧਨ ਜਿਹੜਾ ਇਕੱਠਾ ਕਰਦੇ ਨੇ, ਸੋਨਾ ਰੂਪਾ ਸੰਚੀਏ ਧਨ ਕਾਚਾ ਵਿਖਸ਼ਾਰ। ਕਹਿੰਦੇ ਕੱਚਾ ਧਨ ਹੈ, ਵਿਖ ਹੈ। ਸਾਹ ਸਦਾਏ ਸੱਚ ਧਨ, ਕਹਿੰਦੇ ਫਿਰ ਸਾਹ ਸਦਾਉਂਦਾ ਆਪਣੇ ਆਪ ਨੂੰ ਆ ਕੱਚਾ ਧਨ ਇਕੱਠਾ ਕਰਕੇ। ਦੁਬਦਾ ਹੋਏ ਖੁਆਰ, ਤੇ ਦੁਬਦਾ ਦੇ ਵਿੱਚ ਖੁਆਰ ਹੁੰਦਾ ਹੈ। ਸਚਿਆਰੀ ਸੱਚ ਸੰਚਿਆ, ਸਾਚੋ ਨਾਮ ਅਮੋਲ। ਜਿਹੜੇ ਸਚਿਆਰੇ ਨੇ ਉਹ ਸੱਚੇ ਨਾਮ ਨੂੰ, ਅਮੋਲ ਨੂੰ ਸੰਚਦੇ ਨੇ। ਹਰ ਨਿਰਮਾਇਲ ਉਜਲੋ ਪਤ ਸਾਚੀ ਸੱਚ ਬੋਲ। ਉਹ ਉਜਲ ਹੋ ਜਾਂਦੇ ਨੇ। ਹਰੀ ਨਿਰਮਲ ਹੈ, ਉਸ ਨੂੰ ਸੰਚਦੇ ਨੇ, ਮਨ ਵੀ ਨਿਰਮਲ ਹੋ ਜਾਂਦੇ ਨੇ, ਅਤੇ ਉਹਨਾਂ ਦੇ ਬਚਨ ਵੀ ਫਿਰ ਸੱਚੇ ਨੇ। ਸਾਜਨ ਮੀਤ ਸੁਜਾਨ ਤੂੰ, ਤੂੰ ਸਰਵਰ ਤੂੰ ਹੰਸ, ਸਾਚੋ ਠਾਕੁਰ ਮਨ ਵਸੈ, ਹਉ ਬਲਿਹਾਰੀ ਤਿਸ। ਫਿਰ ਸੱਚਾ ਠਾਕੁਰ ਮਨ ਵਿੱਚ ਵਸ ਜਾਂਦਾ। ਮਹਾਰਾਜ ਕਹਿੰਦੇ ਬਲਿਹਾਰੇ ਜਾਈਏ ਉਸ ਪ੍ਰਭੂ ਤੋਂ। ਇਸ ਕਰਕੇ ਉਹਨਾਂ ਦਾ ਫਿਰ ਵਸਾ ਕਿਸ 'ਤੇ ਹੈ? ਹਰੀ ਦੀ ਪੂੰਜੀ 'ਤੇ। ਹਰ ਹਰ ਪੂੰਜੀ ਨਾਮ ਵਿਸਾਹਾ। ਧੀਰਜ ਜਸ ਸੋਭਾ ਤੇ ਬਣਿਆ। ਧੀਰਜ ਮਨ ਵਿੱਚ ਆ ਜਾਂਦੀ ਹੈ, ਉਸ ਪ੍ਰਭੂ ਦਾ ਜਸ ਮਨ ਵਿੱਚ ਵਸ ਜਾਂਦਾ ਹੈ, ਉਸ ਪ੍ਰਭੂ ਦੀ ਸੋਭਾ ਉਹਨਾਂ ਜਨਾਂ ਦੁਆਰਾ ਫਿਰ ਹੁੰਦੀ ਹੈ। ਹਰ ਹਰ ਨਾਮ ਸਰਵਨ ਜੇ ਸੁਣਿਆ। ਫਿਰ ਉਹਨਾਂ ਤੋਂ ਜਿਹੜੇ ਜੀਵ ਸੁਣਦੇ ਨੇ, ਹਰੀ ਦੇ ਨਾਮ ਦਾ ਗਿਆਨ ਕੰਨਾਂ ਦੁਆਰਾ ਸੁਣਦੇ ਨੇ, ਮੁਖ ਤੋਂ ਬੋਲਦੇ ਨੇ ਗੁਰ ਦਾ ਗਿਆਨ, ਅਤੇ ਜਿਹੜੇ ਸੁਣਦੇ ਨੇ ਉਹਨਾਂ ਦਾ ਮਨ ਵੀ ਧੀਰਜ ਵਿੱਚ ਆ ਜਾਂਦਾ ਹੈ। ਉਹਨਾਂ ਨੂੰ ਵੀ ਫਿਰ ਸੋਭਾ ਪ੍ਰਾਪਤ ਹੁੰਦੀ ਹੈ। ਹਰ ਗੁਰਮੁਖ ਜੇ ਘਟ ਰਹੇ ਸਮਾਈ। ਜਿਹੜੇ ਫਿਰ ਉਸ ਪ੍ਰਭੂ ਦੇ ਦਰ 'ਤੇ, ਉਸ ਘਰ ਵਿੱਚ, ਦਸਵੇਂ ਦੁਆਰ ਵਿੱਚ ਜਿਹੜੇ ਸਮਾਏ ਰਹਿੰਦੇ ਨੇ, ਜਿਨ੍ਹਾਂ ਨੂੰ ਗੁਰਮੁਖ ਕਹਿੰਦੇ ਨੇ, ਨਾਨਕ ਤੇ ਜਨ ਮਿਲੇ ਵਡਾਈ। ਉਹਨਾਂ ਨੂੰ ਵਡਿਆਈ ਮਿਲਦੀ ਹੈ। ਉਹ ਫਿਰ ਨਿਜ ਮਹਿਲ ਦੇ ਵਿੱਚ ਸਮਾਏ ਰਹਿੰਦੇ ਨੇ, ਉਸ ਘਰ ਦੇ ਵਿੱਚ ਸਮਾਏ ਰਹਿੰਦੇ ਨੇ। ਆਓ ਨੰਨਾ ਅੱਖਰ ਸਲੋਕ। ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ। ਮਹਾਰਾਜ ਸਮਝਾਉਂਦੇ ਨੇ ਵੀ ਨਾਮ ਕੌਣ ਜਪਦਾ ਹੈ?
ਨਾਮ ਨੂੰ ਕੌਣ ਜਪਦਾ ਹੈ? ਉਹ ਨਾਮ ਜਪਦਾ ਹੈ ਜਿਨ੍ਹਾਂ ਦੇ ਅੰਦਰ ਤੇ ਬਾਹਰ ਪ੍ਰਭੂ ਦਾ ਰੰਗ ਚੜ੍ਹ ਜਾਂਦਾ ਹੈ। ਉਹ ਫਿਰ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਗੁਰ ਪੂਰਾ ਉਪਦੇਸਿਆ ਨਰਕ ਨਾ ਹੈ ਸਾਧ ਸੰਗ। ਫਿਰ ਉਹ ਪੂਰਾ ਗੁਰ ਉਪਦੇਸ਼ ਦਿੰਦੇ ਨੇ। ਜਿਹੜਾ ਅੰਦਰ ਵੀ ਬਾਹਰ ਵੀ ਰੰਗ ਚੜਿਆ ਹੈ ਮਾਲਕ ਦਾ, ਉਹ ਫਿਰ ਨਾਮ ਜਪਦੇ ਨੇ। ਉਹ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਸਾਧੂ ਜਨ ਜਦੋਂ ਅਸੀਂ ਉਸ ਗੁਰ ਦਾ ਸੰਗ ਕਰਦੇ ਹਾਂ, ਗੁਰ ਦਾ ਗਿਆਨ ਲੈ ਲੈਂਦੇ ਹਾਂ, ਫਿਰ ਸਾਡਾ ਨਰਕਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਫਿਰ ਅਸੀਂ ਮੁਕਤ ਹੋ ਜਾਂਦੇ, ਸਾਨੂੰ ਨਰਕ ਨਹੀਂ ਭੋਗਣੇ ਪੈਂਦੇ ਸਾਧੂ ਜਨਾਂ ਦਾ ਸੰਗ ਕਰਕੇ। ਪਰ ਕਿਹੜੇ? ਜਿਨ੍ਹਾਂ ਨੂੰ ਹਰੀ ਦਾ ਰੰਗ ਚੜਿਆ ਹੈ, ਜਿਨ੍ਹਾਂ ਦਾ ਮਨ ਅੰਦਰ ਵੀ ਬਾਹਰ ਵੀ ਹਰ ਥਾਂ ਉਸ ਨਾਮ ਦੇ ਵਿੱਚ ਰੰਗਿਆ ਹੋਇਆ ਹੈ। ਉਹ ਸਾਨੂੰ ਪੂਰਾ ਗੁਰ ਦਿੰਦੇ ਨੇ ਅਤੇ ਉਹਨਾਂ ਦਾ ਸੰਗ ਕਰਕੇ ਪੂਰਾ ਗੁਰ ਦਾ ਉਪਦੇਸ਼ ਲੈ ਕੇ ਸਾਨੂੰ ਕਦੇ ਵੀ ਨਰਕ ਨਹੀਂ ਜਾਣਾ ਪਵੇਗਾ। ਅਸੀਂ ਮੁਕਤ ਹੋ ਜਾਵਾਂਗੇ। ਆਓ ਪੌੜੀ ਦੇ ਵਿੱਚ ਇਸ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝਦੇ ਹਾਂ। ਨੰਨਾ ਨਰਕ ਪਰੈ ਤੇ ਨਾਹੀ, ਜਾ ਕੈ ਮਨ ਤਨ ਨਾਮ ਵਸਾਹੀ। ਜਿਹਦੇ ਮਨ ਵਿੱਚ ਤਨ ਵਿੱਚ ਨਾਮ ਵਸ ਗਿਆ ਹੈ ਤੇ ਉਹ ਕਦੇ ਵੀ ਨਰਕ ਨਹੀਂ ਜਾਣਗੇ, ਕਿਉਂਕਿ ਨਾਮ ਅਸੀਂ ਧਿਆਉਂਦੇ ਇਸ ਕਰਕੇ ਹਾਂ ਕਿ ਸਾਨੂੰ ਮੁਕਤੀ ਮਿਲੇ, ਸਾਨੂੰ ਨਰਕ ਨਾ ਭੋਗਣੇ ਪੈਣ। ਤੇ ਮਹਾਰਾਜ ਸਮਝਾਉਂਦੇ ਵੀ ਜਿਹੜੇ ਫਿਰ ਇੱਕ ਮਨ ਤਨ ਵਿੱਚ ਵਸਾ ਲੈਂਦੇ ਨੇ ਨਾਮ ਨੂੰ, ਉਹ ਕਦੇ ਵੀ ਨਰਕ ਨਹੀਂ ਜਾਣਗੇ। ਨਾਮ ਨਿਧਾਨ ਗੁਰਮੁਖ ਜੋ ਜਪਤੇ। ਤੇ ਜਿਹੜੇ ਗੁਰਮੁਖ ਜਪਦੇ ਨੇ ਨਾਮ ਦੇ ਖਜ਼ਾਨੇ ਨੂੰ, ਉਹਨਾਂ ਦੀ ਵੀ ਇੱਥੇ ਪਹਿਚਾਣ ਕਰਵਾਈ ਹੈ। ਨਾਮ ਨਿਧਾਨ ਗੁਰਮੁਖ ਜੋ ਜਪਤੇ, ਵਿਖ ਮਾਇਆ ਮਹਿ ਨਾ ਹੋਏ ਖਪਤੇ। ਉਹ ਵਿਖ ਮਾਇਆ, ਜਿਹੜੀ ਵਿਖ ਮਾਇਆ ਕੀ ਹੈ ਇੱਥੇ? ਪੂਜਾ ਦਾ ਤਨ। ਉਹ ਇਸ ਪ੍ਰਭੂ ਦੀ ਸਿਫਤ ਸਲਾਹ ਦਾ ਕੋਈ ਪੈਸਾ ਨਹੀਂ ਲੈਂਦੇ। ਜਿਹੜੇ ਪ੍ਰਭੂ ਦੇ ਨਾਮ ਦੀ ਗੱਲ ਕਰਨਗੇ ਉਹ ਕਦੇ ਵੀ ਇਸ ਦਾ ਕੋਈ ਪੈਸਾ ਨਹੀਂ ਲੈਂਦੇ, ਕਿਉਂਕਿ ਕਿਸੇ ਗ੍ਰੰਥ ਨੂੰ ਵੀ ਦੇਖ ਲਈਏ ਮਨਾਹੀ ਹੈ ਕਿ ਇਸ ਦਾ ਕੁਛ ਪੈਸਾ, ਕਿਉਂਕਿ ਫਿਰ ਤਾਂ ਇਸ ਦੀ ਕੀਮਤ ਹੋ ਗਈ। ਇਹ ਅਮੁੱਲ ਖਜ਼ਾਨਾ ਹੈ। ਪ੍ਰਭੂ ਨੂੰ ਉਹੀ ਪਾਉਂਦਾ ਹੈ ਜਿਹੜਾ ਅਮੁੱਲ ਹੀ ਲੈ ਕੇ ਜਾਂਦਾ ਹੈ। ਜਿਹੜਾ ਇਹ ਸੰਸਾਰੀ ਧਨ ਲੈਂਦਾ ਹੈ ਉਹ ਪ੍ਰਭੂ ਨੂੰ ਨਹੀਂ ਪਾਉਂਦਾ, ਕਿਉਂਕਿ ਅਮੁੱਲ ਖਜ਼ਾਨਾ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੈ, ਅਮੁੱਲ ਲੈ ਜਾਹੇ, ਅਮੁੱਲ ਪਾਏ, ਅਮੁੱਲਾ ਸਮਾਹੇ। ਅਮੁੱਲ ਪ੍ਰਭੂ ਨੂੰ ਪਾਉਂਦਾ। ਜਿਹੜੇ ਅਮੁੱਲ ਖਜ਼ਾਨਾ ਲੈ ਕੇ ਜਾਂਦੇ ਨੇ ਉਹ ਪਾਉਂਦੇ ਨੇ, ਉਹੀ ਸਮਾਉਂਦੇ ਨੇ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਫਿਰ ਇਹ ਜਪਦੇ ਨੇ ਉਹ ਬਿਖ ਮਾਇਆ ਦੇ ਵਿੱਚ ਨਹੀਂ ਖਪਦੇ। ਨੰਨਾ ਘਰ ਨਾ ਹੋਤਾ ਤਾਕੋ। ਉਹਨਾਂ ਨੂੰ ਉਸ ਘਰ ਦੇ ਵਿੱਚ ਕਦੇ ਵੀ ਨੰਨਾ ਨਹੀਂ ਹੈ। ਨਾਮ ਮੰਤਰ ਗੁਰ ਦੀਨੋ ਜਾਕੋ। ਜਿਨ੍ਹਾਂ ਨੂੰ ਫਿਰ ਇਹ ਗੁਰ ਮੰਤਰ ਦਿੰਦਾ ਹੈ, ਨਾਮ ਦੇ ਦਿੰਦਾ ਹੈ, ਉਹਨਾਂ ਨੂੰ ਕਦੇ ਵੀ ਆਪਣੇ ਘਰ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਨਿੱਧ ਨਿਧਾਨ ਹਰ ਅੰਮ੍ਰਿਤ ਪੂਰੇ। ਉਹਨਾਂ ਦੇ ਕੋਲ ਖਜ਼ਾਨਾ ਹੈ ਪੂਰਾ ਨੌ ਨਿੱਧ ਨਾਮ ਅੰਮ੍ਰਿਤ ਦਾ। ਤਹਿ ਬਾਜੇ ਨਾਨਕ ਅਨਹਦ ਤੂਰੇ। ਉਹੀ ਫਿਰ ਸਾਨੂੰ ਇਹ ਤੂਰ ਵਜਾਉਂਦੇ ਨੇ, ਅਨਹਦ ਤੂਰ। ਅਨਹਦ ਤੂਰ ਕਿਸ ਨੂੰ ਕਹਿੰਦੇ ਨੇ? ਜਿਹੜਾ ਇੱਥੋਂ ਆਪਾਂ ਲੈ ਕੇ ਗਿਆਨ ਲੈ ਕੇ ਚੱਲਦੇ ਹਾਂ ਉੱਪਰ ਨੂੰ ਧਿਆਨ ਦਾ, ਇਹ ਤੂਰ ਹੈ। ਜਿਵੇਂ ਵਾਰ ਨਰਸਿੰਘਾ ਹੁੰਦਾ ਹੈ, ਇਵੇਂ ਇੱਥੋਂ ਆਪਾਂ ਪਹਿਲਾਂ ਸਮ ਕਰਦੇ, ਇੱਥੋਂ ਜਿਹੜਾ ਧਿਆਨ ਲੈ ਕੇ ਉੱਤੇ ਚੱਲਦੇ ਹਾਂ, ਇਸ ਨੂੰ ਬਿਸਮਾਦ ਨਾਦ ਕਹਿ ਦਿੱਤਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ ਬਿਸਮਾਦ ਨਾਦ, ਬਿਸਮਾਦ ਭੇਦ, ਬਿਸਮਾਦ ਜੀ, ਬਿਸਮਾਦ ਭੇਦ। ਇੱਥੇ ਮਨ ਵੀ ਬਿਸਮਾਦ, ਭੇਦ ਵੀ ਬਿਸਮਾਦ ਹੈ। ਬਿਸਮਾਦ ਰੂਪ, ਬਿਸਮਾਦ ਰੰਗ, ਬਿਸਮਾਦ ਨਾਗੇ ਫਿਰੇ ਜੰਤ। ਇਹ ਸਾਰਾ ਬਿਸਮਾਦ ਦਾ ਹੈ। ਫਿਰ ਉਹ ਜੀਵ ਜਿਨ੍ਹਾਂ ਕੋਲ ਖਜ਼ਾਨਾ, ਉਹ ਸਾਨੂੰ ਇਹ ਗਿਆਨ ਦਿੰਦੇ ਨੇ। ਇਸ ਨੂੰ ਅਨਹਦ ਤੂਰ ਕਿਹਾ ਹੈ।
ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ, ਉਸ ਗੁਣ ਦੇ ਨਾਲ ਪਿਆਰ ਕਰੀਏ ਜਿਹੜਾ ਸਾਨੂੰ ਪ੍ਰਭੂ ਮਿਲਾ ਦਿੰਦਾ ਹੈ ਤੇ ਸਾਡਾ ਭਰਮ ਖਤਮ ਕਰ ਦਿੰਦਾ ਹੈ। ਜਮਾਂ ਦਾ ਡਰ ਸਾਡਾ ਖਤਮ ਹੋ ਜਾਂਦਾ ਹੈ। ਕੀ ਹੈ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ ਪਹਿਲਾਂ, ਫਿਰ ਇਸ ਨੂੰ ਬਾਰ-ਬਾਰ, ਮਿੱਤਰਤਾ ਅੱਖਰ ਹੈ, ਪਹਿਲਾਂ ਬਾਰ-ਬਾਰ ਕਰਨਾ ਹੈ। ਇੱਕ ਦ੍ਰਿਸ਼ਟ ਹੋ ਗਏ, ਇਹ ਪ੍ਰੀਤੀ ਹੈ। ਆਓ ਆਪਾਂ ਪਹਿਲਾਂ, ਹੋ ਸਕਦਾ ਕੋਈ ਨਵਾਂ ਜੀਵ ਵੀ ਹੋਵੇ, ਪਹਿਲਾਂ ਆਪਾਂ ਆਪਣੇ ਆਪ ਨੂੰ ਥੋੜ੍ਹਾ ਪਰਖਣਾ ਹੈ। ਕੀ ਪਰਖਣਾ ਹੁੰਦਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ, ਕਿਉਂਕਿ ਇੱਕ ਹੋ ਕੇ ਆਪਾਂ ਧਿਆਉਣਾ ਹੈ, ਦੋ ਦ੍ਰਿਸ਼ਟੀ ਦੇ ਵਿੱਚ ਨਹੀਂ, ਇੱਕ ਹੋ ਕੇ, ਦੁਚਿੱਤੀ ਦੇ ਵਿੱਚ ਨਹੀਂ, ਇੱਕ ਚਿੱਤ। ਇਹ ਮਨ ਹਰ ਜੀਤਿਆ ਤੂੰ, ਇੱਕ ਮਨ ਇੱਕ ਚਿੱਤ ਪਾਏ। ਆਪਾਂ ਆਪਣੀ ਦ੍ਰਿਸ਼ਟੀ ਨੂੰ ਇੱਥੇ, ਦੋਨਾਂ ਨੇਤਰਾਂ ਨੂੰ ਇੱਥੇ ਫੋਕਸ ਕਰਕੇ ਇਹ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ, ਕਿਉਂਕਿ ਜੇ ਨੱਕ ਦਿਸਦਾ ਅਸੀਂ ਦੋ ਦ੍ਰਿਸ਼ਟ ਹਾਂ, ਜੇ ਨਹੀਂ ਦਿਸਦਾ ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ ਫਿਰ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ, ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਮੇਰੇ ਵੱਲ ਦੇਖ ਲਓ। ਪਹਿਲਾਂ ਇੱਥੇ ਦੇਖਾਂਗੇ, ਪਹਿਲਾਂ ਇਸ ਤੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ, ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਫੋਕਸ ਕਰਕੇ ਦੇਖਣਾ ਹੈ। ਜਿਹੜੇ ਜੀਵ ਕਮਾਉਂਦੇ ਨੇ ਉਹਨਾਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੁੰਦਾ ਹੈ, ਤੇ ਜਿਹੜਾ ਕੋਈ ਨਵਾਂ ਹੈ ਜਿਸ ਨੂੰ ਨੱਕ ਦਿਸਦਾ ਹੈ, ਉਸਨੇ ਇਹ ਦੇਖਣਾ ਹੈ ਕਿ ਉਹ ਇੱਕ ਦ੍ਰਿਸ਼ਟ ਹੋ ਗਿਆ, ਨੱਕ ਦਿਸ ਨੂੰ ਹਟ ਗਿਆ, ਜਾਂ ਹਲਕਾ ਹਲਕਾ ਇਸ ਪਾਸੇ, ਸਿਰਫ ਖੱਬੇ ਪਾਸੇ ਸਾਨੂੰ ਨਜ਼ਰ ਆ ਸਕਦਾ। ਆਓ ਸਮ ਕਰੀਏ ਨੇਤਰ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। ਫਿਰ ਸਾਹਮਣੇ ਲੈ ਕੇ ਆਓ। ਫਿਰ ਨੱਕ ਤੇ ਸਮ ਕਰਕੇ ਦੇਖੋ। ਦੇਖੋ ਜੇ ਕੋਈ ਨਵਾਂ ਜੀਵ ਉਹ ਇਹ ਦੇਖਣਾ ਕਿ ਨੱਕ ਦਿਸਣੋਂ ਹਟ ਗਿਆ, ਤੇ ਦੂਜੇ ਨੇ ਜਿਹੜੇ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ, ਆਪਣੇ ਆਪ ਨੂੰ ਦੇਖਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ।
ध्यान नीचे लेके जाओ। ध्यान नीचे ले जो थले विषया है चादर जो फर्श जो भी है उस तो थोड़ा उत्ते ध्यान लगाना, देखने की कोशिश करनी है। इत्थे प्रकाश अनुभव होना शुरू हो जाएगा। और सम करके अपने आप को देखिए। फिर नीचे ले जाओ ध्यान।
फिर सम करके देखो अपने आप ਨੂੰ टिका के रखो। दिस ਨੂੰ हरजेगा ना। दोनों नेत्रां ਨੂੰ नक ते फोकस करके देखो अपने आप ਨੂੰ। फिर नीचे ले जो ध्यान। फिर सम करके देखो अपने आप ਨੂੰ।
सम करके देखिए। फिर नीचे ले जो ध्यान। और सम करके देखिए अपने आप ਨੂੰ। फिर नीचे ले जो ध्यान। फिर सम करके देखिए अपने आप ਨੂੰ। अपने प्रकाश रूप ਨੂੰ देखिए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਇੱਕ ਗੁਣ ਹੈ, ਜੇ ਅਸੀਂ ਮਨ ਦੇ ਵਿੱਚ ਵਸਾ ਲਿਆ, ਮਨੋਂ ਵਿਸਰੇ ਨਾ ਸਾਡੇ, ਫਿਰ ਸਾਡਾ ਜਨਮ ਮਰਨ ਦਾ ਖੇਲ ਖਤਮ ਹੋ ਜਾਂਦਾ ਹੈ। ਆਪਾਂ ਇਸੇ ਨਾਲ ਪ੍ਰੀਤ ਕਰਨੀ ਹੈ। ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਤ ਗੋਬਿੰਦ ਰਾਏ, ਫਲ ਪਾਵੇ ਮਨ ਵਾਸਤੇ, ਤਪਤ ਤੁਹਾਰੀ ਜਾਏ। ਸੋ ਇਹਨਾਂ ਕੋ ਕਾਰਜ ਦੇ ਨਾਲ ਆਪਣਾ ਜੀਵਨ ਸਫਲ ਹੋ ਜਾਂਦਾ ਹੈ, ਜੇ ਆਪਾਂ ਇਹ ਧਿਆਉਂਦੇ ਰਹਾਂਗੇ। ਜੇ ਇਸ ਨੂੰ ਛੱਡ ਕੇ ਜੋ ਮਰਜ਼ੀ ਕਰ ਲਈਏ, ਆਪਾਂ ਮੁਕਤ ਨਹੀਂ ਹੋ ਸਕਦੇ। ਇਹਨਾਂ ਕਰਨ ਦੇ ਨਾਲ ਅਸੀਂ ਮੁਕਤ ਹੋ ਜਾਵਾਂਗੇ। ਇਹ ਜੋ ਕਰਨਾ ਹੈ, ਸੰਸਾਰਿਕ ਧਨ ਦੌਲਤ ਪੁੰਨ ਦਾਨ ਕੁਛ ਵੀ ਕਰ ਲਈਏ, ਭੂਮੀ ਦਾਨ ਕਰ ਦਈਏ, ਗਊਆਂ ਦਾਨ ਕਰ ਦਈਏ, ਸੋਨਾ, ਪਰ ਇਸ ਦੇ ਬਰਾਬਰ ਨਹੀਂ ਪੁੱਜਦਾ। ਸੋ ਆਪਾਂ ਆਪਣਾ ਕਾਜ ਸਵਾਰਨ ਦੇ ਵਾਸਤੇ ਬਾਰ ਬਾਰ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਨਾ ਹੈ, ਤਾਂ ਕਿ ਖੁਸ਼ ਹੋ ਕੇ ਪ੍ਰਗਟ ਹੋ ਜਾਵੇ ਤੇ ਹਰ ਸਮੇਂ ਸਾਡੇ ਸਾਹਮਣੇ ਹੀ ਬਸੇ। ਸੋ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।